ਸਾਰਿਆਂ ਨੂੰ ਜੀ ਯਿਸੂ ਮਸੀਹ ਦੀ ਆਮਦ ਦੀ ਰੂਹਾਨੀ ਯਾਤਰਾ ਵਿੱਚ ਇੱਕ ਹੋਰ ਵਾਰ ਸਾਰਿਆਂ ਦਾ ਸਵਾਗਤ ਹੈ। ਅੱਜ ਪਾਕਮਾਂ ਕਲੀਸਿਆ ਬੇਦਾਗ ਤਨ ਕੁਵਾਰੀ ਮਰੀਮ ਦਾ ਯਾਨੀ ਬੇਦਾਗ ਕੁੱਕ ਵਿੱਚ ਪੈਣਾ ਇਹ ਤਿਉਹਾਰ ਅੱਜ ਪਾਕਮਾਂ ਕਲੀਸਿਆ ਮਨਾ ਰਹੀ ਹੈ। ਤੋ ਸਾਰਿਆਂ ਨੂੰ ਮਾਂ ਮਰੀਮ ਦੀ ਇਸ ਤਿਉਹਾਰ ਦਾ ਲੱਖ ਲੱਖ ਵਧਾਈ ਹੋਵੇ ਅਤੇ ਮਾਂ ਮਰੀਮ ਦੀ ਸਿਫਾਰਿਸ਼ ਸਦਾ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਹੋਵੇ। ਅੱਜ ਦੀ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਦੇ ਜਨਮ ਦੀ ਸੂਚਨਾ ਦਿੰਦੇ ਹੋਏ ਅਸੀਂ ਵੇਖਦੇ ਹਾਂ। ਸੰਤ ਲੂਕਾ ਦੀ ਅੰਜੀਲ ਦਾ ਪਹਿਲਾ ਅਧਿਆਇ ਦਾ 26 ਤੋਂ 38 ਐਤ ਤੱਕ ਅਸੀਂ ਇਹ ਦੇਖਦੇ ਹਾਂ ਕਿ ਕਿਸ ਤਰ੍ਹਾਂ ਗਬਰੀਏਲ ਦੂਤ ਮਾਂ ਮਰੀਮ ਕੋਲ ਆ ਕੇ ਖੁਦਾ ਦੇ ਇਸ ਸੰਦੇਸ਼ ਨੂੰ ਮਾਂ ਮਰੀਮ ਦੇ ਨਾਲ ਸਾਂਝਾ ਕਰਦਾ ਹੈ, ਮਾਂ ਮਰੀਮ ਨੂੰ ਦੱਸਦਾ ਹੈ ਅਤੇ ਕਿਵੇਂ ਮਾਂ ਮਰੀਮ ਇਸ ਮਹਾਨ ਕੰਮ ਦੇ ਲਈ ਆਪਣੇ ਆਪ ਨੂੰ ਤਿਆਰ ਕਰਦੇ ਹੋਏ ਆਖਰ ਦੇ ਵਿੱਚ ਕਹਿੰਦੀ ਹੈ, ਜਿਸ ਤਰ੍ਹਾਂ ਤੁਹਾਡੀ ਇੱਛਾ ਹੈ ਉਸੇ ਤਰ੍ਹਾਂ ਮੇਰੇ ਜੀਵਨ ਦੇ ਵਿੱਚ ਹੋਵੇ। ਇਹ ਲਿਖਾ ਹੈ, ਮੈਂ ਪਰਮੇਸ਼ਰ ਦੀ ਦਾਸੀ ਹਾਂ, ਜਿਸ ਤਰ੍ਹਾਂ ਤੁਸੀਂ ਕਿਹਾ ਮੇਰੇ ਨਾਲ ਉਸੇ ਤਰ੍ਹਾਂ ਹੋਵੇ। ਵੈਸੇ ਜਦੋਂ ਅਸੀਂ ਇਸ ਪੂਰੇ ਪਾਸੇਜ ਨੂੰ ਪੂਰੇ ਘਟਨਾ ਨੂੰ ਦੇਖੋਗੇ, ਮੈਂ ਇਸ ਨੂੰ ਇੱਕ ਪ੍ਰਾਰਥਨਾ ਦੇ ਰੂਪ ਵਿੱਚ ਦੇਖਣਾ ਚਾਹੁੰਦਾ। ਅਸੀਂ ਰੋਜ਼ ਪ੍ਰਾਰਥਨਾ ਕਰਦਾ ਹੈ। ਸਾਡੇ ਪ੍ਰਾਰਥਨਾ ਵਿੱਚ ਕੀ ਹੈ? ਅਸੀਂ ਸਿਰਫ ਬੋਲਦੇ ਰਹਿੰਦਾ ਹੈ ਪਰ ਸਾਡੀਆਂ ਕੰਨਾਂ ਬੰਦ। ਖੁਦਾ ਜੋ ਕਹਿੰਦਾ ਹੈ ਉਹ ਸੁਣਨ ਦੇ ਲਈ ਅਸੀਂ ਤਿਆਰ ਨਹੀਂ ਹੁੰਦੇ। ਸਾਡੇ ਦਿਮਾਗ ਦੇ ਵਿੱਚ ਇਹ ਹੈ ਕਿ ਜਿੰਨੇ ਜ਼ਿਆਦਾ ਸ਼ਬਦਾਂ ਨਾਲ ਮੈਂ ਆਪਣੇ ਪ੍ਰੋਬਲਮ ਦੇ ਬਾਰੇ ਆਪਣੇ ਬਿਮਾਰੀ ਦੇ ਬਾਰੇ ਖੁਦਾ ਨੂੰ ਦੱਸਾਂ ਤਾਂ ਉਹੀ ਤੁਹਾਨੂੰ ਅਤੇ ਮੈਨੂੰ ਤਸੱਲੀ ਦੇਣ ਵਾਲਾ ਚੀਜ਼ ਅਸੀਂ ਸਮਝਦਾ ਹੈ, ਪਰ ਇਹ ਨਹੀਂ। ਇਹ ਪ੍ਰਾਰਥਨਾ ਇਸੇ ਤਰ੍ਹਾਂ ਦਾ ਇੱਕ ਅਰਦਾਸ ਨਹੀਂ ਹੈ। ਇਹ ਪ੍ਰਾਰਥਨਾ ਇਹ ਹੈ ਇੱਕ ਮਹਾਨ ਕੰਮ ਕਰਨ ਦੇ ਲਈ ਖੁਦਾ ਇੱਕ ਵਿਅਕਤੀ ਨੂੰ ਤਿਆਰ ਕਰਦਾ ਹੈ। ਸਾਨੂੰ ਪਤਾ ਹੈ ਇਸ ਘਟਨਾ ਵਿੱਚ ਕੀ ਹੈ। ਫਰਿਸ਼ਤਾ ਗਬਰੀਏਲ ਆ ਕੇ ਮਰੀਮ ਨੂੰ ਦੱਸਦਾ ਹੈ ਕਿ ਤੂੰ ਪ੍ਰਭੂ ਯਿਸੂ ਨੂੰ ਜਨਮ ਦੇਵੇਗੀ। ਸਿੱਧੇ ਦੱਸਦਾ ਹੈ ਕਿ ਤੁਸੀਂ ਗਰਭਵਤੀ ਹੋਵੇਗੀ ਅਤੇ ਇੱਕ ਬੇਟਾ ਜੰਮੇਗਾ ਅਤੇ ਉਸ ਦਾ ਨਾਮ ਯਿਸੂ ਰੱਖਣਾ। ਸਿੱਧੀ ਗੱਲ ਦੱਸਦਾ ਹੈ ਫਰਿਸ਼ਤਾ ਦੂਤ ਮਰੀਮ ਨੂੰ। ਤੋ ਇਹ ਸੁਣ ਕੇ ਮਰੀਮ ਡਰ ਜਾਂਦੀ ਹੈ, ਘਬਰਾ ਜਾਂਦੀ ਹੈ, ਜਾਂ ਇੱਕ ਤਰ੍ਹਾਂ ਦੇ ਸਰਪ੍ਰਾਈਜ਼ ਦੇ ਵਿੱਚ, ਅਦਭੁਤ ਦੇ ਵਿੱਚ ਮਰੀਮ ਰਹਿੰਦੀ ਹੈ। ਹੁਣ ਅਸੀਂ ਇਸ ਨੂੰ ਦੇਖਾਂਗੇ। ਇਹ ਵਾਰਤਾਲਾਪ, ਇਹ ਡਾਇਲੋਗ ਕਿਸ ਨੇ ਸ਼ੁਰੂ ਕੀਤਾ? ਇਹ ਵਾਰਤਾਲਾਪ ਖੁਦਾ ਨੇ ਸ਼ੁਰੂ ਕੀਤਾ, ਕਿਉਂਕਿ ਦੂਤ ਮਰੀਮ ਕੋਲ ਗਿਆ ਅਤੇ ਮਰੀਮ ਨੂੰ ਦੂਤ ਦੇ ਰਾਹੀਂ ਖੁਦਾ ਆਪਣੇ ਜੋ ਭੇਦ ਹੈ, ਆਪਣੀ ਇੱਛਾ ਹੈ, ਉਹ ਮਰੀਮ ਦੇ ਸਾਹਮਣੇ ਰੱਖਿਆ। ਸੋ ਇਹ ਪ੍ਰਾਰਥਨਾ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਖੁਦਾ ਗੱਲਾਂ ਕਰਦਾ ਹੈ, ਅਸੀਂ ਸੁਣਦਾ ਹੈ। ਖੁਦਾ ਗੱਲਾਂ ਕਰਦਾ ਹੈ, ਅਸੀਂ ਸੁਣਦਾ ਹੈ। ਇਹ ਪ੍ਰਾਰਥਨਾ ਇਸ ਲਈ ਹੈ ਕਿ ਕਿਸੇ ਵਿਅਕਤੀ ਨੂੰ ਚੰਗੇ ਕੰਮ ਕਰਨ ਦੇ ਲਈ ਪ੍ਰੇਰਣਾ ਦੇਣਾ। ਦੂਸਰਾ ਪ੍ਰਾਰਥਨਾ ਜੋ ਅਸੀਂ ਕਰਦਾ ਹੈ, ਸਾਡੇ ਕੁਝ ਬਿਮਾਰੀ ਤੋਂ ਸਾਨੂੰ ਬਚਣ ਦੇ ਲਈ, ਜਾਂ ਸਾਡੇ ਜੀਵਨ ਦੇ ਵਿੱਚ ਕੋਈ ਲੋੜ ਹੈ, ਉਸ ਲੋੜ ਨੂੰ ਪੂਰਾ ਕਰਨ ਦੇ ਲਈ ਅਸੀਂ ਖੁਦਾ ਦੇ ਅੱਗੇ ਪ੍ਰਾਰਥਨਾ ਕਰਦਾ ਹੈ। ਸੋ ਉਹਦੇ ਵਿੱਚ ਅਸੀਂ ਪਹਿਲੇ ਸ਼ੁਰੂ ਕਰਦਾ ਹੈ, ਪਰ ਇਹਦੇ ਵਿੱਚ ਖੁਦਾ ਪਹਿਲੇ ਸ਼ੁਰੂ ਕਰਦਾ ਹੈ ਅਤੇ ਅਸੀਂ ਸੁਣਦਾ ਹੈ। ਅਤੇ ਸੁਣਨ ਵਾਲਿਆਂ ਨੂੰ ਜ਼ਰੂਰ ਸ਼ੱਕ ਹੋਵੇਗਾ, ਕਿਉਂਕਿ ਖੁਦਾ ਦੀਆਂ ਗੱਲਾਂ ਹੈ, ਇੱਕਦਮ ਦਿਮਾਗ ਦੇ ਵਿੱਚ ਨਹੀਂ ਆਏਗਾ, ਇੱਕਦਮ ਸਮਝ ਨਹੀਂ ਆਵੇਗਾ। ਮਰੀਮ ਨੂੰ ਵੀ ਇਹੀ ਹੋਇਆ ਸੀ। ਸੋ ਬਾਅਦ ਵਿੱਚ ਕੀ ਹੋਇਆ ਕਿ ਅਸੀਂ ਬੋਲਦਾ ਹੈ, ਖੁਦਾ ਸੁਣਦਾ ਹੈ। ਸੋ ਇਹ ਪ੍ਰਾਰਥਨਾ ਦਾ ਖਾਸੀਅਤ ਇਹ ਹੈ ਕਿ ਖੁਦਾ ਸ਼ੁਰੂਆਤ ਕਰਦਾ ਹੈ ਅਤੇ ਅਸੀਂ ਸੁਣਦੇ ਹਾਂ, ਅਤੇ ਅਸੀਂ ਆਪਣੀਆਂ ਸ਼ੱਕਾਂ ਖੁਦਾ ਨੂੰ ਦੱਸਦਾ ਹੈ ਤਾਂ ਖੁਦਾ ਸੁਣਦਾ ਹੈ, ਅਤੇ ਅੰਤ ਵਿੱਚ ਅਸੀਂ ਖੁਦਾ ਦੇ ਉਸ
ਪਵਿੱਤਰ ਇੱਛਾ ਨੂੰ ਸਵੀਕਾਰ ਕਰਨ ਯੋਗ ਬਣ ਜਾਂਦਾ ਹੈ ਅਤੇ ਮਰੀਮ ਦੀ ਤਰ੍ਹਾਂ ਅਸੀਂ ਵੀ ਹਾਂ ਕਹਿਣਾ ਚਾਹੀਦਾ ਹੈ। ਸੋ ਇਸ ਪ੍ਰਾਰਥਨਾ ਵਿੱਚ ਸ਼ੁਰੂਆਤ ਅਤੇ ਅੰਤ ਖੁਦਾ ਦੇ ਨਾਲ ਹੀ ਹੁੰਦਾ ਹੈ। ਮੈਂ ਕਿਉਂ ਇਹ ਇਸ ਤਰ੍ਹਾਂ ਤੁਹਾਨੂੰ ਵਿਸਤਾਰ ਨਾਲ ਸਮਝਾਉਂਦਾ ਹੈ, ਉਹ ਇਸ ਲਈ ਹੈ ਕਿ ਕਦੀ ਕਦੀ ਸਾਡੇ ਦਿਲ ਦੇ ਵਿੱਚ ਵੀ ਖੁਦਾ ਦਾ ਪ੍ਰੇਰਣਾ ਆ ਸਕਦਾ ਹੈ। ਕਦੀ ਕਦੀ ਸਾਨੂੰ ਵੀ ਮਰੀਮ ਦੀ ਤਰ੍ਹਾਂ ਖੁਦਾ ਸਾਨੂੰ ਚੁਣ ਸਕਦਾ ਹੈ ਇੱਕ ਨੇਕ ਕੰਮ ਕਰਨ ਦੇ ਲਈ, ਇੱਕ ਚਮਤਕਾਰ ਕਰਨ ਦੇ ਲਈ, ਕਿਸੇ ਵਿਅਕਤੀ ਦੇ ਮਦਦ ਕਰਨ ਦੇ ਲਈ। ਉਹ ਸਾਰੇ ਖੁਦਾ ਵੱਲੋਂ ਸਾਨੂੰ ਮਿਲਣ ਵਾਲਾ ਪ੍ਰੇਰਣਾ ਇੱਕ ਪ੍ਰਾਰਥਨਾ ਜੈਸੇ ਹੋਣਾ ਚਾਹੀਦਾ ਹੈ। ਤਾਂ ਉਹ ਪ੍ਰਾਰਥਨਾ ਜੈਸੇ ਅਸੀਂ ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਜਦੋਂ ਮਰੀਮ ਘਬਰਾ ਗਈ, ਉਹਨਾਂ ਦੇ ਮਨ ਦੇ ਵਿੱਚ ਸ਼ੱਕ ਸੀ, ਤਾਂ ਖੁਦਾ ਨੇ ਕੀ ਦੱਸਿਆ ਅਸੀਂ ਦੇਖ ਸਕਦੇ ਹਾਂ। ਅੱਜ ਦੀ ਅੰਜੀਲ ਦਾ ਪਹਿਲਾ ਅਧਿਆਇ ਦਾ 30 ਐਤ ਵਿੱਚ ਖੁਦਾ ਮਰੀਮ ਨੂੰ ਕੀ ਕਹਿੰਦਾ ਹੈ? ਦੂਤ ਨੇ ਮਰੀਮ ਨੂੰ ਕਿਹਾ, ਯਾਨੀ ਖੁਦਾਵੰਦ ਖੁਦਾ ਨੇ ਦੂਤ ਦੇ ਰਾਹੀਂ ਮਰੀਮ ਨੂੰ ਕਿਹਾ, ਮਰੀਮ ਨਾ ਡਰ, ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ। ਤੇਰੇ ਉੱਤੇ ਖੁਦਾਵੰਦ ਕਹਿੰਦਾ ਕਿ ਮੇਰੀ ਕਿਰਪਾ ਹੈ, ਤੂੰ ਨਾ ਡਰੋ। ਇਹ ਸਾਰੀਆਂ ਗੱਲਾਂ ਸੁਣ ਕੇ ਤੂੰ ਘਬਰਾਓ ਮਤ, ਡਰਨਾ ਨਹੀਂ, ਮੈਂ ਤੁਹਾਡੇ ਨਾਲ ਹੈ, ਕਿਉਂਕਿ ਮੇਰੀ ਕਿਰਪਾ ਤੇਰੇ ਉੱਤੇ ਹੈ। ਉਹ ਤਸੱਲੀ ਖੁਦਾਵੰਦ ਦਿੰਦਾ ਹੈ। ਸੋ ਜਦੋਂ ਕਿਸੇ ਵਿਅਕਤੀ ਨੂੰ ਖੁਦਾ ਨੇਕ ਕੰਮ ਕਰਨ ਦੇ ਲਈ ਚੁਣਦਾ ਹੈ, ਖੁਦਾ ਉਸ ਵਿਅਕਤੀ ਨੂੰ ਤਸੱਲੀ ਵੀ ਦਿੰਦਾ ਹੈ। ਤੋ ਤਸੱਲੀ ਸੁਣਨ ਦੇ ਨਾਲ ਵੀ ਮਰੀਮ ਚੰਗੀ ਤਰ੍ਹਾਂ ਤਿਆਰ ਨਹੀਂ ਹੋਈ। ਸੋ ਖੁਦਾ ਕੀ ਕੀਤਾ? ਖੁਦਾ ਹੋਰ ਕੋਈ ਵਿਅਕਤੀ ਨੂੰ ਖੁਦਾ ਵੱਲੋਂ ਮਿਲੇ ਵਰਦਾਨ ਦੇ ਬਾਰੇ ਮਰੀਮ ਨੂੰ ਦੱਸਿਆ। ਇਲਿਜ਼ਬਾ ਨੂੰ ਦੇਖੋ, ਇਲਿਜ਼ਬਾ ਵੀ ਗਰਭਵਤੀ ਹੈ। ਇਹ ਸਾਰੀਆਂ ਗੱਲਾਂ ਕਹਿਣ ਦੇ ਬਾਅਦ ਖੁਦਾ ਇੱਕ ਹੋਰ ਗੱਲ ਮਰੀਮ ਨੂੰ ਦੱਸਿਆ, ਉਹ ਹੈ 37 ਐਤ ਵਿੱਚ, ਪਰਮੇਸ਼ਰ ਦੇ ਲਈ ਕੁਛ ਵੀ ਅਸੰਭਵ ਨਹੀਂ। ਤੋ ਉਸੇ ਤਰ੍ਹਾਂ ਇੱਕ ਹਲੀਮ ਔਰਤ ਮਰੀਮ, ਇੱਕ ਆਮ ਪਿੰਡ ਦੇ ਵਿਅਕਤੀ ਮਰੀਮ, ਖੁਦਾਵੰਦ ਖੁਦਾ ਦੇ ਇੱਛਾ ਜੋ ਪ੍ਰਭੂ ਯੇਸੂ ਇਸ ਧਰਤੀ ਉੱਤੇ ਜਨਮ ਲੈਣ ਦਾ ਉਹ ਰਹੱਸ ਭੇਦ ਸੀ, ਉਸ ਭੇਦ ਨੂੰ ਇਸ ਧਰਤੀ ਉੱਤੇ ਮੁਕੰਮਲ ਕਰਨ ਦੇ ਲਈ ਮਰੀਮ ਤਿਆਰ ਹੋਇਆ। ਸੋ ਉਸੇ ਤਰ੍ਹਾਂ ਹਰ ਇੱਕ ਵਿਅਕਤੀ ਦੇ ਜੀਵਨ ਦੇ ਵਿੱਚ, ਮੇਰਾ ਅਤੇ ਤੁਹਾਡੇ ਜੀਵਨ ਦੇ ਵਿੱਚ ਵੀ ਇਸੇ ਤਰ੍ਹਾਂ ਘਟਨਾ ਹੋ ਸਕਦਾ ਹੈ। ਭਲੇ ਉਹ ਛੋਟਾ ਨੇਕ ਕੰਮ ਹੋ ਜਾਂ ਵੱਡਾ ਨੇਕ ਕੰਮ ਹੋ, ਕੋਈ ਵੀ ਪ੍ਰੇਰਣਾ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ, ਉਹ ਪ੍ਰੇਰਣਾ ਇਹ ਪ੍ਰਾਰਥਨਾ ਦੀ ਤਰ੍ਹਾਂ ਹੈ। ਪ੍ਰੇਰਣਾ ਖੁਦਾ ਵੱਲੋਂ ਹੈ। ਸੋ ਖੁਦਾ ਪਹਿਲੇ ਬੋਲੇਗਾ, ਅਸੀਂ ਸੁਣੇਗਾ। ਮੰਨ ਲਓ ਕਿ ਮੈਨੂੰ ਅੱਜ ਬਾਈਬਲ ਪੜ੍ਹਦੀ ਹਾਂ, ਮੇਰੇ ਦਿਮਾਗ ਦੇ ਵਿੱਚ ਅੱਜ ਇੱਕ ਇੱਛਾ ਪੈਦਾ ਹੋਇਆ, ਹਾਂ ਮੈਂ ਅੱਜ ਜਾ ਕੇ ਇਤਰਾਫ ਕਰਨਾ ਹੈ। ਉਹ ਮੇਰਾ ਇੱਛਾ ਨਹੀਂ, ਖੁਦਾ ਆਪਣੀ ਰੋਸ਼ਨੀ ਮੇਰੇ ਉੱਤੇ ਪਾ ਕੇ ਮੈਨੂੰ ਪ੍ਰੇਰਣਾ ਦੇ ਰਿਹਾ ਹੈ। ਆਮਦ ਦਾ ਦਿਨ ਚੱਲ ਰਿਹਾ ਹੈ, ਵੱਡਾ ਦਿਨ ਦੀ ਤਿਆਰੀ ਚੱਲਦਾ ਹੈ, ਮੈਂ ਅੱਜ ਜਾ ਕੇ ਇਤਰਾਫ ਕਰਨਾ ਹੈ। ਤੋ ਅਸੀਂ ਉਹ ਸੁਣਦਾ ਹੈ। ਹੁਣ ਸ਼ੱਕ ਵੀ ਹੋ ਸਕਦਾ ਹੈ, ਕੋਰੋਨਾ ਦਾ ਸਮਾਂ ਹੈ, ਜੇ ਮੈਂ ਗਿਰਜਾ ਘਰ ਦੇ ਵਿੱਚ ਜਾਵਾਂ ਅਤੇ ਉੱਤੇ ਫਾਦਰ ਜੀ ਨਾ ਹੁੰਦਾ। ਸੋ ਉਸੇ ਤਰ੍ਹਾਂ ਦੀਆਂ ਗੱਲਾਂ ਤੁਸੀਂ ਪ੍ਰਭੂ ਨੂੰ ਪੁੱਛ ਸਕਦਾ ਹੈ। ਪ੍ਰਭੂ ਸਾਡੀਆਂ ਸਾਰੀਆਂ ਸ਼ੱਕਾਂ ਨੂੰ ਦੂਰ ਕਰਦੇ ਹੋਏ ਪ੍ਰਭੂ ਸਾਨੂੰ ਦੱਸੇਗਾ, ਤੂੰ ਨਾ ਡਰ, ਮੇਰੀ ਕਿਰਪਾ ਤੇਰੇ ਉੱਤੇ ਹੈ, ਮੇਰੇ ਲਈ ਕੁਝ ਵੀ ਅਸੰਭਵ ਨਹੀਂ ਹੈ। ਜੋ ਮਰੀਮ ਨੂੰ ਕਿਹਾ ਸੀ। ਇਹ ਗੱਲ ਸੁਣ ਕੇ ਮਰੀਮ ਨੇ ਕੀ ਉੱਤਰ ਦਿੱਤਾ? ਮਰੀਮ ਵਾਪਸ ਨਹੀਂ ਚਲੀ ਗਈ, ਮਰੀਮ ਨਾ ਨਹੀਂ ਕੀਤਾ, ਮਰੀਮ ਹਾਂ ਕੀਤਾ। ਹਾਂ, ਜੋ ਤੁਸੀਂ ਚਾਹੁੰਦੇ ਹੋ ਵੈਸੇ ਹੀ ਮੇਰੇ ਜੀਵਨ ਦੇ ਵਿੱਚ ਹੋਵੇ। ਸੋ ਅਸੀਂ ਇਸ ਪ੍ਰਾਰਥਨਾ ਦੇ ਵਿੱਚ 3 ਗੱਲਾਂ ਜ਼ਰੂਰ ਆਪਣੇ ਦਿਮਾਗ ਦੇ ਵਿੱਚ ਰੱਖਣਾ। ਪਹਿਲਾ ਗੱਲ ਕੀ ਹੈ, ਜਾਂ ਵਾਟ ਇਜ਼ ਦਾ ਸਪੈਸ਼ਲਿਟੀ ਆਫ ਦਿਸ ਪ੍ਰੇਅਰ? ਇਸ ਪ੍ਰਾਰਥਨਾ ਦੀ ਖਾਸੀਅਤ ਕੀ ਹੈ? ਸਭ ਤੋਂ ਪਹਿਲਾ ਗੱਲ ਇਹ ਹੈ ਕਿ ਇਹ ਖੁਦਾ ਵੱਲੋਂ ਉਤਪੰਨ ਹੈ। ਜੋ ਨੇਕ ਪ੍ਰੇਰਨਾ, ਜੋ ਇੱਛਾ ਸਾਡੇ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਆਉਂਦਾ ਹੈ, ਉਹ ਖੁਦਾ ਵੱਲੋਂ ਉਤਪੰਨ ਹੈ। ਗੋਡ ਇਨੀਸ਼ੀਏਟਸ, ਅਸੀਂ ਨਹੀਂ। ਸੋ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ। ਤੇ ਜਦੋਂ ਸਾਨੂੰ ਪਤਾ ਹੈ ਕਿ ਕੋਈ ਵੀ ਨੇਕ ਵਿਚਾਰ ਮੇਰੇ ਮਨ ਦੇ ਵਿੱਚ ਆਉਂਦਾ ਹੈ, ਉਹ ਮੇਰਾ ਨਹੀਂ, ਖੁਦਾ ਵੱਲੋਂ ਭੇਜੇ ਗਏ ਵਿਚਾਰ ਹੈ, ਤਾਂ ਅਸੀਂ ਕਦੀ ਮਨਾ ਨਹੀਂ ਕरेंगे। ਤੁਸੀਂ ਕਰੋਗੇ? ਬਿਲਕੁਲ ਨਹੀਂ, ਕਿਉਂਕਿ ਖੁਦਾ ਵੱਲੋਂ ਮਿਲੇ ਕੋਈ ਵੀ ਹੁਕਮ ਮੰਨਣ ਦੇ ਲਈ ਅਸੀਂ ਤਿਆਰ ਬੈਠੇ हैं।
ਅਸੀਂ ਖੁਦਾ ਦਾ ਬੱਚਾ ਹੈ। ਸੋ ਅਸੀਂ ਇਸ ਇਰਾਦੇ ਨੂੰ ਜ਼ਰੂਰ ਅਪਣਾਵੇਗਾ ਅਤੇ ਇਸ ਇਰਾਦੇ ਨੂੰ ਪੂਰਾ ਕਰਨ ਦੀ ਜ਼ਰੂਰ ਕੋਸ਼ਿਸ਼ ਕਰੇਗਾ। ਮਾਂ ਮਰੀਮ ਖੁਦਾ ਨੂੰ ਇਹ ਨਹੀਂ ਮੰਗਿਆ ਸੀ ਕਿ ਹਾਂ ਮੈਂ ਖੁਦਾ ਦਾ ਮਾਂ ਬਣਨਾ ਚਾਹੁੰਦੀ ਹਾਂ, ਨਹੀਂ ਮੰਗਿਆ। ਨਾ ਮਾਂ ਮਰੀਮ ਯੋਜਨਾ ਬਣਾਇਆ ਸੀ, ਹਾਂ ਠੀਕ ਹੈ ਹੁਣ ਮਸੀਹਾ ਦੀ ਆਉਣ ਦੀ ਸਮਾਂ ਆ ਗਈ ਤਾਂ ਮੈਂ ਮਸੀਹਾ ਦੀ ਜਾਂ ਖੁਦਾ ਦੀ ਮਾਂ ਬਣਾਂਗਾ। ਨਾ ਮਾਂ ਮਰੀਮ ਦਾ ਯੋਜਨਾ ਸੀ, ਨਾ ਮਾਂ ਮਰੀਮ ਖੁਦਾ ਨੂੰ ਪੁੱਛਿਆ ਸੀ, ਸਗੋਂ ਖੁਦਾਵੰਦ ਖੁਦਾ ਖੁਦ ਮਾਂ ਮਰੀਮ ਦੇ ਜੀਵਨ ਦੇ ਵਿੱਚ ਆ ਕੇ ਕਿਹਾ ਮੈਂ ਤੁਹਾਨੂੰ ਚੁਣਿਆ ਹੈ। ਸਾਡੇ ਜੀਵਨ ਦੇ ਵਿੱਚ ਵੀ ਖੁਦਾਵੰਦ ਕਹਿਣਗੇ ਮੈਂ ਤੁਹਾਨੂੰ ਚੁਣਿਆ ਹੈ ਇੱਕ ਲੋੜਵੰਦ ਦਾ ਮਦਦ ਕਰਨ ਦੇ ਲਈ, ਮੈਂ ਤੁਹਾਨੂੰ ਚੁਣਿਆ ਹੈ ਗਰੀਬਾਂ ਦਾ ਸਹਾਰਾ ਬਣਨ ਦੇ ਲਈ, ਮੈਂ ਤੁਹਾਨੂੰ ਚੁਣਿਆ ਹੈ ਅਨਪੜ੍ਹ ਲੋਕਾਂ ਨੂੰ ਗਿਆਨ ਦੇ ਨਾਲ ਭਰਪੂਰ ਕਰਨ ਦੇ ਲਈ, ਮੈਂ ਤੁਹਾਨੂੰ ਚੁਣਿਆ ਹੈ ਰਾਹ ਵਿੱਚ ਪੜ੍ਹ ਕੇ ਲੋਕਾਂ ਨੂੰ ਸੱਚੇ ਰਾਹ ਦਿਖਾਉਣ ਦੇ ਲਈ। ਆਪਣੇ ਪਰਿਵਾਰਿਕ ਜੀਵਨ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਮੌਕਾ ਬਹੁਤ ਜ਼ਿਆਦਾ ਸਾਡੇ ਸਾਹਮਣੇ ਆ ਸਕਦਾ ਹੈ, ਬਹੁਤ ਜ਼ਿਆਦਾ। ਜਦੋਂ ਸਾਡੇ ਜੀਵਨ ਸਾਥੀ ਸਾਡੇ ਨਾਲ ਰੁੱਸ ਜਾਂਦਾ ਹੈ, ਗੁੱਸਾ ਹੋ ਜਾਂਦਾ ਹੈ, ਖੁਦਾਵੰਦ ਦੇ ਪ੍ਰੇਰਣਾ ਸਾਡੇ ਮਨ ਦੇ ਵਿੱਚ ਆਵੇਗਾ, ਸ਼ਾਂਤ ਹੋ ਜਾਓ, ਜਵਾਬ ਨਾ ਦਿਓ। ਕਦੀ ਕਦੀ ਅਸੀਂ ਸੁਣਦਾ ਹੈ, ਕਦੀ ਕਦੀ ਨਹੀਂ ਸੁਣਦਾ। ਸੋ ਇਹ ਨੇਕ ਇੱਛਾ ਖੁਦਾ ਵੱਲੋਂ ਉਤਪੰਨ ਹੋਣ ਵਾਲਾ ਇੱਛਾ ਹੈ, ਕਦੀ ਵੀ ਸ਼ੱਕ ਨਹੀਂ ਕਰਨਾ। ਕੋਈ ਵੀ ਨੇਕ ਕੰਮ ਤੁਹਾਡੇ ਦਿਮਾਗ ਦੇ ਵਿੱਚ ਆਇਆ ਹੋ ਉਹ ਖੁਦਾ ਵੱਲੋਂ ਉਤਪੰਨ ਹੈ। ਅਸੀਂ ਕਦੀ ਵੀ ਉਸ ਨੂੰ ਮਨਾ ਨਹੀਂ ਕਰਨਾ, ਨਾ ਕਰਨਾ। ਜਿਸ ਤਰ੍ਹਾਂ ਮਰੀਮ ਨੇ ਹਾਂ ਕੀਤਾ ਉਸੇ ਤਰ੍ਹਾਂ ਅਸੀਂ ਹਾਂ ਕਰੋਗੇ ਤਾਂ ਸਾਡੇ ਰਾਹੀਂ ਖੁਦਾਵੰਦ ਖੁਦਾ ਦਾ ਫਜ਼ਲ ਦੂਜੇ ਲੋਕਾਂ ਤੱਕ ਵੀ ਪਹੁੰਚ ਸਕਦਾ ਹੈ। ਦੂਸਰੀ ਗੱਲ ਇਹ ਹੈ ਗੋਡ ਐਕਸਪਲੇਨਸ, ਖੁਦਾ ਵਿਸਤਾਰ ਨਾਲ ਸਾਨੂੰ ਸਮਝਾਵੇਗਾ। ਕੋਈ ਵੀ ਨੇਕ ਸੋਚ ਵਿਚਾਰ ਸਾਡੇ ਮਨ ਦੇ ਵਿੱਚ ਆਵੋਗੇ ਤਾਂ ਖੁਦਾ ਸਾਨੂੰ ਖੁਦ ਸਮਝਾਵੇਗਾ। ਉਸ ਦੇ ਲਈ ਅਸੀਂ ਖੁਦਾ ਨੂੰ ਸਮਾਂ ਦੇਣਾ ਚਾਹੀਦਾ ਹੈ, ਉਸ ਦੇ ਲਈ ਅਸੀਂ ਖੁਦਾ ਨੂੰ ਸੁਣਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਖੁਦਾ ਨੂੰ ਸਮਾਂ ਦੇਣਾ, ਖੁਦਾ ਨੂੰ ਸੁਣਨਾ। ਮਰੀਮ ਨੇ ਇਹੀ ਕੀਤਾ ਸੀ। ਮਰੀਮ ਦੇ ਮਨ ਦੇ ਵਿੱਚ ਜੋ ਵੀ ਸ਼ੱਕ ਸੀ ਮਰੀਮ ਖੁਦਾ ਨੂੰ ਪੁੱਛਿਆ। ਖੁਦਾ ਨੇ ਕੀ ਦੱਸਿਆ ਸੀ ਮਰੀਮ ਨੂੰ? ਅੰਜੀਲ ਦੇ ਪਹਿਲੇ ਅਧਿਆਇ ਦਾ 31 ਤੋਂ 33 ਤੱਕ ਅਸੀਂ ਦੇਖਾਂਗੇ। ਤੂੰ ਗਰਭਵਤੀ ਹੋਵੇਗੀ, ਇੱਕ ਪੁੱਤਰ ਨੂੰ ਜਨਮ ਦੇਵੇਗੀ, ਤੂੰ ਉਸ ਦਾ ਨਾਮ ਯਿਸੂ ਰੱਖਣਾ। ਉਹ ਮਹਾਨ ਹੋਵੇਗਾ, ਉਹ ਪਰਮੇਸ਼ਰ ਦਾ ਪੁੱਤਰ ਰਖਵਾਵੇਗਾ। ਪ੍ਰਭੂ ਪਰਮੇਸ਼ਰ ਉਸ ਤੇ ਪੁਰਖੇ ਦਾਊਦ ਦੀ ਰਾਜਗੱਦੀ ਉਸ ਨੂੰ ਦੇਵੇਗਾ। ਉਹ ਸਦਾ ਤੱਕ ਯਾਕੂਬ ਦੇ ਟੱਬਰ ਉਤੇ ਰਾਜ ਕਰੇਗਾ, ਉਸ ਦੇ ਰਾਜ ਦਾ ਅੰਤ ਨਹੀਂ ਹੋਵੇਗਾ। ਵਿਸਤਾਰ ਨਾਲ ਮਰੀਮ ਨੂੰ ਦੱਸਿਆ ਸੀ ਇਹ ਮੇਰਾ ਯੋਜਨਾ ਹੈ, ਜੋ ਬੇਟਾ ਤੇਰੇ ਤੋਂ ਜੰਮੇਗਾ ਉਹ ਇਸੇ ਤਰ੍ਹਾਂ ਦਾ ਹੋਵੇਗਾ। ਇੱਕ ਗੱਲ ਮਰੀਮ ਨੂੰ ਦੱਸਿਆ ਸੀ। ਖੁਦਾ ਸਾਨੂੰ ਵੀ ਦੱਸੇਗਾ, ਜਦੋਂ ਖੁਦਾ ਸਾਨੂੰ ਚੁਣਦਾ ਹੈ ਕੋਈ ਨੇਕ ਕੰਮ ਦੇ ਲਈ, ਸਾਨੂੰ ਵੀ ਦੱਸੇਗਾ ਕਿ ਅਸੀਂ ਇਹ ਨੇਕ ਕੰਮ ਕਿਸ ਤਰ੍ਹਾਂ ਕਰਨਾ, ਕਿੱਥੇ ਕਰਨਾ ਜਾਂ ਕਿਸ ਦੇ ਲਈ ਕਰਨਾ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਸੋ ਮਰੀਮ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤਾ ਅਤੇ ਮਰੀਮ ਨੇ ਅੰਤ ਵਿੱਚ ਕੀ ਕੀਤਾ? ਮਰੀਮ ਨੇ ਹਾਂ ਕੀਤਾ ਅਤੇ ਸਾਡੇ ਲਈ ਯਿਸੂ ਪੈਦਾ ਹੋਇਆ। ਤੀਸਰੀ ਗੱਲ ਇਹ ਹੈ ਕਿ ਜਦੋਂ ਵੀ ਸਾਨੂੰ ਇਸੇ ਤਰ੍ਹਾਂ ਦਾ ਕੋਈ ਪ੍ਰੇਰਣਾ ਜਾਂ ਨੇਕ ਵਿਚਾਰ ਖੁਦਾ ਸਾਨੂੰ ਦਿੰਦਾ ਹੈ, ਖੁਦਾ ਸਾਨੂੰ ਆਪਣੇ ਪੁਰਾਣੇ ਰਾਹ ਤੋਂ ਲੈ ਕੇ ਇੱਕ ਨਵੀਂ ਰਾਹ ਵਿੱਚ ਰੱਖੇਗਾ, ਇੱਕ ਨਵੀਂ ਰਾਹ ਵਿੱਚ ਰੱਖੇਗਾ। ਮਰੀਮ ਪਹਿਲੇ ਇੱਕ ਆਮ ਵਿਅਕਤੀ ਸੀ। ਮਰੀਮ ਦੀ ਮੰਗਣੀ ਯੂਸਫ ਦੇ ਨਾਲ ਹੋਈ ਸੀ। ਮਰੀਮ ਇਹ ਨਹੀਂ ਚਾਹਿਆ ਸੀ ਕਿ ਮੇਰੇ ਨਾਮ ਪੂਰੇ ਦੁਨੀਆ ਦੇ ਕੋਨੇ ਤੱਕ ਪਹੁੰਚੇ। ਹੁਣ ਅਸੀਂ ਮਾਂ ਮਰੀਮ ਦਾ ਤਿਉਹਾਰ ਵੀ ਅੱਜ ਮਨਾ ਰਹੇ ਹਾਂ। ਮਰੀਮ ਖੁਦਾ ਦੇ ਮਾਂ ਬਣੇ ਅਤੇ ਅਸੀਂ ਉਹਨਾਂ ਦਾ ਆਦਰ ਕਰਦੇ ਹੋ, ਸਨਮਾਨ ਕਰਦੇ ਹੋ। ਫਿਰ ਇਸ ਦੇ ਨਾਲ ਕੁਝ ਦੁੱਖ ਤਕਲੀਫਾਂ ਮਰੀਮ ਦੇ ਜੀਵਨ ਦੇ ਵਿੱਚ ਹੈ। ਕੁਝ ਦੁੱਖ ਤਕਲੀਫਾਂ ਜਦੋਂ ਖੁਦਾਵੰਦ ਖੁਦਾ ਨੇ ਕਿਸੇ ਨੂੰ ਇੱਕ ਨੇਕ ਕੰਮ ਦੇ ਲਈ ਚੁਣੇਗਾ, ਉਹਦੇ ਵਿੱਚ ਕਠਿਨਾਈਆਂ ਜ਼ਰੂਰ ਹੋਵੇਗਾ। ਕਠਿਨਾਈਆਂ ਦੇ ਬਗੈਰ, ਸਲੀਬ ਦੇ ਬਗੈਰ ਕੋਈ ਖੁਸ਼ੀ ਨਹੀਂ। ਸਾਨੂੰ ਮੁਕਤੀ ਵੀ ਸਲੀਬ ਦੇ ਰਾਹੀ ਮਿਲਿਆ ਸੀ। ਪ੍ਰਭੂ ਯਿਸੂ ਨੇ ਆਪਣੇ ਪੂਰੇ ਜੀਵਨ ਦੁੱਖ ਸੰਕਟ ਦੇ ਵਿੱਚ ਜੀਆ ਤੇ ਅੰਤ ਵਿੱਚ ਵੀ ਸਲੀਬ ਉੱਤੇ ਵੀ ਆਪਣਾ ਜਾਨ ਕੁਰਬਾਨ ਕਰਕੇ ਸਾਨੂੰ ਮੁਕਤੀ ਦਿੱਤਾ ਹੈ। ਉਸੇ ਤਰ੍ਹਾਂ ਮਰੀਮ ਦੇ ਜੀਵਨ ਦੇ ਵਿੱਚ ਵੀ
ਕਠਿਨਾਈਆਂ ਆਇਆ। ਕਿਸ ਤਰ੍ਹਾਂ ਦਾ? ਸਾਨੂੰ ਪਤਾ ਹੈ ਜਦੋਂ ਮਰੀਅਮ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ, ਉਹਨਾਂ ਦੇ ਮਾਂ-ਬਾਪ ਨੂੰ ਵੀ ਪਤਾ ਲੱਗਿਆ ਹੈ। ਜੇਕਰ ਅਸੀਂ ਇਸ ਘਟਨਾ ਦੇ ਆਗੇ ਪੜ੍ਹ ਕੇ ਦੇਖੋਗੇ, 29 ਐਤ ਵਿੱਚ ਕੀ ਲਿਖਿਆ? ਇਸ ਘਟਨਾ ਦੇ ਪਿੱਛੋਂ ਮਰੀਅਮ ਛੇਤੀ ਹੀ ਤਿਆਰ ਹੋ ਕੇ ਯਹੂਦੀਆ ਦੇਸ਼ ਦੇ ਇੱਕ ਪਹਾੜੀ ਨਗਰ ਨੂੰ ਗਏ। ਉਹ ਜ਼ਕਰੀਆ ਪੁਰੋਹਿਤ ਦੇ ਘਰ ਗਈ, ਐਲਿਜ਼ਬਾ ਨੂੰ ਪ੍ਰਣਾਮ ਕੀਤਾ। ਯਾਨੀ ਐਲਿਜ਼ਬਾ ਉਹਨਾਂ ਦੇ ਰਿਸ਼ਤੇਦਾਰ ਹੈ। ਕਿਉਂ ਮਰੀਅਮ ਗਈ ਉਧਰ? ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਮਰੀਅਮ ਉਹਨਾਂ ਨੂੰ ਸੇਵਾ ਕਰਨ ਦੇ ਲਈ ਚਲੇ ਗਏ ਹੋਣਗੇ, ਪਰ ਇਹ ਵੀ ਹੋ ਸਕਦਾ ਹੈ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਵੀ ਇਸਤਰੀ ਗਰਭਵਤੀ ਹੈ ਸ਼ਾਦੀ ਦੇ ਬਗੈਰ, ਤੁਹਾਡਾ ਰਿਐਕਸ਼ਨ ਕੀ ਹੋਵੇਗਾ? ਘਰੋਂ ਬਾਹਰ ਕੱਢੇਗਾ? ਹੋ ਸਕਦਾ ਹੈ ਮਰੀਅਮ ਨੂੰ ਆਪਣੇ ਮੰਮੀ ਡੈਡੀ ਘਰੋਂ ਬਾਹਰ ਕੱਢਿਆ, ਉਹਨੇ ਰਹਿਣ ਦੇ ਲਈ ਕੋਈ ਥਾਂ ਨਹੀਂ, ਸੋ ਉਹ ਕੀ ਕੀਤਾ? ਆਪਣੇ ਰਿਸ਼ਤੇਦਾਰ ਐਲਿਜ਼ਬਾ ਕੋਲ ਚਲੀ ਗਈ। ਕਠਿਨਾਈਆਂ। ਮਰੀਅਮ ਦੀ ਨੇਕ ਕੰਮ ਕੀ ਸੀ? ਖੁਦਾ ਦਾ ਪੁੱਤਰ ਨੂੰ ਜਨਮ ਦੇਣ ਦਾ। ਸੋ ਮਰੀਅਮ ਇਸ ਕਠਿਨਾਈ ਨੂੰ ਵੀ ਸਵੀਕਾਰ ਕੀਤਾ ਅਤੇ ਐਲਿਜ਼ਬਾ ਕੋਲ ਚਲੀ ਗਈ। ਇਹ ਵੀ ਹੋ ਸਕਦਾ ਹੈ। ਮੈਂ ਇਹ ਨਹੀਂ ਕਹਿਣਾ ਕਿ ਇਹ ਜ਼ਰੂਰ ਹੋ ਗਿਆ ਹੈ, ਇਹ ਹੋ ਸਕਦਾ ਹੈ, ਅਸੀਂ ਵਿਚਾਰ ਕਰ ਸਕਦੇ ਹੋ। ਉਸੇ ਤਰ੍ਹਾਂ ਦੂਸਰੀ ਕਠਿਨਾਈਆਂ ਕੀ ਹੋਇਆ ਸੀ? ਯੂਸਫ ਦੇ ਨਾਲ ਮੰਗਣੀ ਹੋਈ, ਮਰੀਅਮ ਖੁਸ਼ੀ ਸੀ, ਖੁਸ਼ੀ ਦੇ ਨਾਲ ਆਪਣਾ ਆने ਵਾਲੀ ਜ਼ਿੰਦਗੀ ਦੇ ਬਾਰੇ ਸੋਚ ਰਿਹਾ ਸੀ। ਉਦੋਂ ਖੁਦਾ ਨੇ ਮਰੀਅਮ ਨੂੰ ਚੁਣ ਕੇ ਕਿਹਾ, ਮੇਰੀ ਕਿਰਪਾ ਤੇਰੇ ਉੱਤੇ ਹੈ, ਤੂੰ ਇੱਕ ਬੇਟੇ ਨੂੰ ਜਨਮ ਦੇਵੇਗੀ, ਯਿਸੂ ਨਾਮ ਰੱਖਣਾ ਉਸਨੂੰ। ਮਰੀਅਮ ਨੇ ਹਾਂ ਕੀਤਾ ਅਤੇ ਯੂਸਫ ਕੀ ਕੀਤਾ? ਯੂਸਫ ਮੰਗਣੀ ਤੋੜਨਾ ਚਾਹਿਆ। ਇਹ ਸੁਣ ਕੇ ਮਰੀਅਮ ਦੁੱਖ ਹੋ ਗਈ ਹੋਵੇਗੀ, ਪਰ ਫਿਰ ਵੀ ਜੋ ਹਾਂ ਮਰੀਅਮ ਨੇ ਕੀਤਾ, ਉਹ ਹਾਂ ਦੇ ਲਈ, ਉਹ ਸਾਰੀਆਂ ਦੁੱਖਾਂ ਸਹਿਣ ਦੇ ਲਈ ਮਰੀਅਮ ਤਿਆਰ ਹੋਈ। ਸੋ ਮੇਰੇ ਪਿਆਰੇ ਭਰਾਓ ਤੇ ਭੈਣੋ, ਅਸੀਂ ਇਸ ਗੱਲ ਨੂੰ ਸਮਝਣਾ ਹੈ ਕਿ ਜਦੋਂ ਵੀ ਸਾਡੇ ਜੀਵਨ ਦੇ ਵਿੱਚ, ਸਾਡੇ ਦਿਲ ਦੇ ਅੰਦਰ, ਦਿਮਾਗ ਦੇ ਅੰਦਰ ਕੋਈ ਵੀ ਭਾਵੇਂ ਛੋਟੇ ਨੇਕ ਕੰਮ ਵੀ ਹੋਣ, ਝੂਠ ਨਾ ਬੋਲਣ ਦਾ, ਚੋਰੀ ਨਾ ਕਰਨ ਦਾ, ਸੱਚ ਬੋਲਣ ਦਾ, ਕਿਸੇ ਬਿਮਾਰ ਲੋਕਾਂ ਦਾ ਸੇਵਾ ਕਰਨ ਦਾ, ਕੋਈ ਲੋੜਵੰਦਾਂ ਦੇ ਲੋੜ ਪੂਰੇ ਕਰਨ ਦੇ ਲਈ ਕੁਝ ਦਾਨ ਦੇਣ ਦਾ, ਕੋਈ ਵੀ ਨੇਕ ਵਿਚਾਰ ਸਾਡੇ ਮਨ ਦੇ ਵਿੱਚ ਆਵੇ, ਤਾਂ ਅਸੀਂ ਮਰੀਅਮ ਦੀ ਤਰ੍ਹਾਂ ਹਾਂ ਕਰਨ ਦੇ ਲਈ ਤਿਆਰ ਰਹੋ, ਤਾਂ ਜ਼ਰੂਰ ਸਾਡੇ ਰਾਹੀਂ ਪ੍ਰਭੂ ਯਿਸੂ ਉਸ ਵਿਅਕਤੀ ਦੇ, ਜਿਸ ਵਿਅਕਤੀ ਨੂੰ ਤੁਸੀਂ ਮਦਦ ਕਰਦੇ ਹੋ, ਉਸ ਵਿਅਕਤੀ ਦੇ ਜੀਵਨ ਦੇ ਵਿੱਚ ਜਨਮ ਲਵੇਗਾ। ਵੱਡਾ ਦਿਨ ਆ ਰਿਹਾ ਹੈ। ਸੋ ਇਸ ਆਦਤ ਨੂੰ ਆਪਣੇ ਜੀਵਨ ਸ਼ੈਲੀ ਬਣਾਉਣ ਦੀ ਕੋਸ਼ਿਸ਼ ਕਰੋ। ਅੱਜ ਤੋਂ ਵੱਡੇ ਦਿਨ ਤੱਕ ਇਸ ਆਦਤ ਨੂੰ ਜਾਣ-ਬੁੱਝ ਕੇ ਆਪਣੇ ਜੀਵਨ ਦੇ ਵਿੱਚ ਮੁਕੰਮਲ ਕਰਨ ਦੀ ਕੋਸ਼ਿਸ਼ ਕਰੋ, ਤਾਂ ਵੱਡੇ ਦਿਨ ਤੋਂ ਸਾਡਾ ਜੀਵਨ ਸ਼ੈਲੀ ਇਹ ਹੋਵੇਗਾ ਕਿ ਕੋਈ ਵੀ ਨੇਕ ਕੰਮ ਹੋਵੇ, ਉਹ ਜਦੋਂ ਖੁਦਾਵੰਦ ਮੈਨੂੰ ਦੇਵੇਗਾ, ਉਹ ਪ੍ਰੇਰਣਾ ਮੈਨੂੰ ਦੇਵੇਗਾ, ਜ਼ਰੂਰ ਮੈਂ ਦੋਨੋਂ ਹੱਥਾਂ ਨਾਲ ਸਵੀਕਾਰ ਕਰੇਗਾ ਅਤੇ ਪੂਰੇ ਮਨ ਦਿਲ ਲਗਾ ਕੇ ਉਸ ਨੇਕ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ ਕਿ ਮੈਂ ਵੀ, ਤੁਸੀਂ ਵੀ ਮਾਂ ਮਰੀਮ ਦੀ ਤਰ੍ਹਾਂ ਖੁਦਾ ਦੇ ਯੋਜਨਾ ਨੂੰ ਪੂਰਾ ਕਰਨੇ ਵਾਲਾ ਇੱਕ ਸੱਚਾ ਚੇਲਾ ਬਣ ਸਕੇ। ਖੁਦਾ ਤੁਹਾਨੂੰ ਆਸ਼ੀਰਵਾਦ ਦੇਵੇ। ਬਾਪ, ਬੇਟਾ ਅਤੇ ਰੂਹ ਪਾਕ